Good morning all student class 9th. Today we are reading the chapter number 2, history, Russian Revolution, subtopic number 4, what changed after October Revolution. तो स्टूडेंट अज आप पढ़ रहे हैं कि जी रैवोल्यूशन होंगी आ अक्तूबर की रैवोल्यूशन रशिया के होंगी आ वो जी रैवोल्यूशन होने तो बाद की जोड़ा है चेंजिस आउंदियां रशियन सोसाइटी के वो बारे आप गल करांगे। तो पढ़ते हैं आप तुसीं पहलां पिक्चर में देख सकते हैं सोल्जर वीयरिंग द सोवियत हैट। तो सोल्जर है जोड़ा सोवियत रैवोल्यूशन होने तो बाद उन्होंने एक स्पैशल जोड़ा हैट डिज़ाइन किया गया सीगा। तो सब तो पहला आप पढ़ना स्टार्ट करते हैं द बोल्शिक वर टोटली अपोज टू प्राइवेट प्रॉपर्टी। ਜਿਹੜੇ बोल्शिक ਸੀਗੇ ਉਹ ਪ੍ਰਾਈਵੇਟ ਪ੍ਰੋਪਰਟੀ ਨੂੰ ਦਾ ਵਿਰੋਧ ਕਰਦੇ ਸੀਗੇ। ਮੋਸਟ ਇੰਡਸਟਰੀ ਐਂਡ ਬੈਂਕਸ ਵਰ ਨੈਸ਼ਨਲਾਈਜ਼ ਇਨ ਨਵੰਬਰ 1917। ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਇੰਡਸਟਰੀ ਸੀਗੀਆਂ ਅਤੇ ਬੈਂਕਾਂ ਸੀਗੀਆਂ ਉਹਨਾਂ ਨੂੰ ਨੈਸ਼ਨਲਾਈਜ਼ ਕਰ ਦਿੱਤਾ ਗਿਆ ਸੀਗਾ। ਇਹਦਾ ਮੀਨਿੰਗ ਕੀ ਸੀਗਾ? ਦਿਸ ਮੀਨ ਦਾ ਗਵਰਨਮੈਂਟ ਟੁਕ ਓਵਰ ਓਨਰਸ਼ਿਪ ਐਂਡ ਮੈਨੇਜਮੈਂਟ। ਹੁਣ ਸਰਕਾਰ ਕੀ ਕਰ ਰਹੀ ਸੀਗੀ? ਸਰਕਾਰ ਦਾ ਜਿਹੜਾ ਹੈਗਾ ਪ੍ਰਭਾਵ ਸੀਗਾ ਓਨਰਸ਼ਿਪ 'ਤੇ ਵੀ ਸੀਗਾ ਅਤੇ ਮੈਨੇਜਮੈਂਟ 'ਤੇ ਵੀ ਸੀ। ਲੈਂਡ ਵਾਜ਼ ਡਿਕਲੇਅਰ ਸੋਸ਼ਲ ਪ੍ਰੋਪਰਟੀ। ਜਿਹੜੀ ਲੈਂਡ ਸੀ ਉਹਨੂੰ ਸੋਸ਼ਲ ਪ੍ਰੋਪਰਟੀ ਡਿਕਲੇਅਰ ਕਰ ਦਿੱਤਾ ਗਿਆ ਸੀ। ਪੀਜੈਂਟ ਵਰ ਅਲਾਊਡ ਟੂ ਸਾਈਜ਼ ਦਾ ਲੈਂਡ ਐਂਡ ਦਾ ਨੋਬਿਲਿਟੀ। ਹੁਣ ਜਿਹੜੇ ਕਿਸਾਨ ਸੀਗੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਉਹ ਜਿਹੜੀ ਲੈਂਡ ਆ ਅਮੀਰ ਲੋਕਾਂ ਦੀ ਜਿਹੜੀ ਜ਼ਮੀਨ ਹੈਗੀ ਆ ਉਹਨੂੰ ਹਥਿਆ ਸਕਦੇ ਆ, ਉਹਨੂੰ ਆਪਣੇ ਕਬਜ਼ੇ 'ਚ ਲੈ ਸਕਦੇ ਆ। ਇਨ ਸਿਟੀਜ਼ ਬੋਲਸ਼ਿਕ ਇਨਫੋਰਸ ਦਾ ਪਾਰਟੀਸ਼ਨ ਆਫ ਲਾਰਜ ਹਾਊਸਿਸ ਅਕੋਰਡਿੰਗ ਟੂ ਦਾ ਫੈਮਿਲੀ ਰਿਕੁਆਇਰਮੈਂਟਸ। ਤਾਂ ਬੋਲਸ਼ਿਕ ਨੇ ਕੀ ਕੀਤਾ? ਇਸ ਚੀਜ਼ ਨੂੰ ਇਨਫੋਰਸ ਲਾਗੂ ਕੀਤਾ ਕਿ ਜਿਸ ਹਿਸਾਬ ਨਾਲ ਜਿਹੜੇ ਘਰ ਹੈਗੇ ਆ ਘਰਾਂ ਨੂੰ ਉਸ ਹਿਸਾਬ ਨਾਲ ਵੰਡਿਆ ਜਾਵੇ ਜਿਸ ਹਿਸਾਬ ਨਾਲ ਉਹਨਾਂ ਦੇ ਫੈਮਿਲੀ ਮੈਂਬਰ ਹੈ। ਇਹ ਨਹੀਂ ਕਿ ਕੋਈ ਬੰਦਾ ਅਮੀਰ ਆ ਉਸ ਕੋਲ ਬਹੁਤ ਸਾਰਾ ਵੱਡਾ ਘਰ ਆ ਔਰ ਇੱਕ ਗਰੀਬ ਪਰਿਵਾਰ ਆ ਉਹਦੇ ਮੈਂਬਰ ਜ਼ਿਆਦਾ ਔਰ ਉਹਨੂੰ ਘਰ ਲਈ ਕੋਈ ਜਗ੍ਹਾ ਨਹੀਂ ਹੈ। ਤਾਂ ਉਹਨਾਂ ਨੇ ਅਕੋਰਡਿੰਗ ਟੂ ਦਾ ਫੈਮਿਲੀ ਮੈਂਬਰ ਜਿਹੜਾ ਹੈਗਾ ਘਰਾਂ ਨੂੰ ਵੰਡ ਦਿੱਤਾ ਸੀਗਾ। ਦੇ ਬੈਂਡ ਦਾ ਨਿਊ ਯੂਜ਼ ਆਫ ਓਲਡ ਟਾਈਟਲਸ ਆਫ ਐਰਿਸਟੋਕ੍ਰੇਸੀ। ਤਾਂ ਬੋਲਸ਼ਿਕ ਪਾਰਟੀ ਨੇ ਹੁਣੇ ਬੈਨ ਕਰਤਾ ਸੀਗਾ ਕਿ ਜਿਹੜੇ ਪੁਰਾਣੇ ਟਾਈਟਲਸ ਲਗਾਏ ਜਾਂਦੇ ਆ ਆਰਮੀ ਅਫੀਸ਼ੀਅਲ ਦੇ ਨਾਲ ਵੀ ਕੋਈ ਵੀ ਵਿਸ਼ੇਸ਼ ਨਾਮ ਆ ਜਿਹੜੇ ਉਹਨਾਂ ਦੇ ਉਹ ਨਹੀਂ ਲਗਾਏ ਜਾਣਗੇ। ਦ ਅਜ਼ਰਟ ਟੂ ਚੇਂਜ। ਤਾਂ ਸਟੂਡੈਂਟ ਫਾਈਂਡ ਕਰਨਗੇ ਵਰਡ ਅਜ਼ਰਟ। ਦ ਚੇਂਜ ਨਿਊ ਯੂਨੀਫਾਰਮ ਵਰ ਡਿਜ਼ਾਈਨ ਫਾਰ ਦਾ ਆਰਮੀ। ਜਿਵੇਂ ਆਪਾਂ ਪਹਿਲੇ ਪਿੱਛੇ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਨਵੀਂ ਆਰਮੀ ਦੀ ਯੂਨੀਫਾਰਮ ਡਿਜ਼ਾਈਨ ਕਰ ਦਿੱਤੀ ਗਈ ਸੀਗੀ। ਐਂਡ ਅਫੀਸ਼ੀਅਲਸ ਫੋਲੋਇੰਗ ਏ ਕਲੋਜ਼ ਕੰਪੀਟੀਸ਼ਨ ਆਰਗੇਨਾਈਜ਼ ਇਨ 1980। ਤਾਂ ਅਫੀਸ਼ੀਅਲੀ ਫਿਰ ਕੀ ਹੋਇਆ ਸੀਗਾ ਕਈ ਕੰਪੀਟੀਸ਼ਨ ਆਰਗੇਨਾਈਜ਼ ਕਰਾਏ ਗਏ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕਲੋਥਸ ਨੂੰ ਪ੍ਰੈਫਰੈਂਸ ਦਿੱਤੀ ਗਈ। ਵੈਨ ਦਾ ਸੋਵੀਅਤ ਹੈਟ ਵਾਜ਼ ਚੂਜ਼ਨ। ਜਦੋਂ ਸੋਵੀਅਤ ਹੈਟ ਨੂੰ ਚੁਣਿਆ ਗਿਆ ਉਹਦੇ ਵਿੱਚ ਜਿਹੜਾ ਹੈਗਾ ਸੋਵੀਅਤ ਹੈਟ ਨੂੰ ਸਿਲੈਕਟ ਕੀਤਾ ਗਿਆ ਸੀਗਾ ਕਿ ਸੋਵੀਅਤ ਲੋਕਾਂ ਦਾ ਜਿਹੜਾ ਹੈਟ ਦਾ ਸ਼ੇਪ ਜਾਂ ਡਿਜ਼ਾਈਨ ਕਿੱਦਾਂ ਦਾ ਹੋਊਗਾ। ਬੋਲਸ਼ਿਕ ਪਾਰਟੀ ਵਾਜ਼ ਰੀਨੇਮਡ ਦ ਰਸ਼ੀਅਨ ਕਮਿਊਨਿਸਟ ਪਾਰਟੀ। ਹੁਣ ਜਿਹੜੀ ਬੋਲਸ਼ਿਕ ਪਾਰਟੀ ਸੀਗੀ ਉਹਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ ਸੀ? ਕਮਿਊਨਿਸਟ ਪਾਰਟੀ ਰੱਖ ਦਿੱਤਾ ਗਿਆ ਸੀ। ਬੋਲਸ਼ਿਕ ਕੰਡਕਟਡ ਦਾ ਇਲੈਕਸ਼ਨ ਟੂ ਦਾ ਕੰਸਟੀਟਿਊਸ਼ਨ ਅਸੈਂਬਲੀ। ਬੋਲਸ਼ਿਕ ਪਾਰਟੀ ਨੇ ਨਵੰਬਰ 1917 ਦੇ ਵਿੱਚ ਇਲੈਕਸ਼ਨਸ ਲੜੇ ਕੰਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਬਟ ਦੇ ਫੇਲ ਟੂ ਗੇਨ ਮੈਜੋਰਿਟੀ ਸਪੋਰਟ। ਪਰ ਲੋਕਾਂ ਨੇ ਉਹਨੂੰ ਸਪੋਰਟ ਨਹੀਂ ਕੀਤੀ, ਉਹ ਫੇਲ ਹੋ ਗਏ। ਇਨ ਜਨਵਰੀ 1918 ਦਾ ਅਸੈਂਬਲੀ ਰਿਜੈਕਟਡ ਬੋਲਸ਼ਿਕ ਮੇਅਰਸ। ਤਾਂ 18 ਦੇ ਵਿੱਚ ਕੀ ਹੁੰਦਾ ਹੈਗਾ ਜਿਹੜੀ ਅਸੈਂਬਲੀ ਹੁੰਦੀ ਆ ਉਹ ਬੋਲਸ਼ਿਕ ਜਿਹੜੇ ਰੂਲ ਐਂਡ ਰੈਗੂਲੇਸ਼ਨ ਉਹਨਾਂ ਨੇ ਬਣਾਏ ਹੁੰਦੇ ਆ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਆ। ਐਂਡ ਲੈਲਨ ਡਿਸਮਿਸ ਦਾ ਅਸੈਂਬਲੀ। ਅਤੇ ਲੈਲਨ ਜਿਹੜਾ ਹੁੰਦਾ ਉਹ ਅਸੈਂਬਲੀ ਨੂੰ ਡਿਸਮਿਸ ਕਰ ਦਿੰਦਾ ਬਾਏ ਫੋਰਸ। ਉਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੀ ਪਾਰਟੀ ਨੂੰ ਉਹ ਕੋਈ ਵੀ ਜਿਹੜਾ ਹੈਗਾ ਅਸੈਂਬਲੀ 'ਚੋਂ ਬਾਹਰ ਕੱਢੇ। ਹੀ ਥੋਟ ਦਾ ਆਲ ਰਸ਼ੀਅਨ ਕਾਂਗਰਸ ਆਫ ਸੋਵੀਅਤ ਵਾਜ਼ ਮੋਰ ਡੈਮੋਕ੍ਰੇਟਿਕ। ਉਹ ਕਹਿੰਦਾ ਕਿ ਜਿਹੜੀ ਰਸ਼ੀਅਨ ਕਾਂਗਰਸ ਆਫ ਸੋਵੀਅਤ ਆ ਉਹ ਜ਼ਿਆਦਾ ਡੈਮੋਕ੍ਰੇਟਿਕ ਆ ਦੈਨ ਦਾ ਅਸੈਂਬਲੀ ਇਲੈਕਟਡ ਇਨ ਅਨਸਰਟਨ ਕੰਡੀਸ਼ਨਸ। ਉਹ ਕਹਿੰਦੀ ਜਿਹੜੀ ਅਸੈਂਬਲੀ ਇਲੈਕਟਡ ਕੀਤੀ ਗਈ ਆ ਉਹਦੇ ਨਾਲੋਂ ਉਹਦੀ ਜਿਹੜੀ ਪਾਰਟੀ ਹੈ ਰਸ਼ੀਅਨ ਕਾਂਗਰਸ ਆਫ ਸੋਵੀਅਤ ਜ਼ਿਆਦਾ ਡੈਮੋਕ੍ਰੇਟਿਕ। ਇਨ ਮਾਰਚ 1918 ਡਿਸਪਾਈਟ ਆਪੋਜੀਸ਼ਨ 1918 ਦੇ ਵਿੱਚ ਆਪੋਜੀਸ਼ਨ ਦੇ ਹੋਣ ਦੇ ਬਾਵਜੂਦ ਵੀ
ਬਾਏ देयर ਪੋਲੀਟੀਕਲ ਅਲਾਈਜ਼ ਦ ਬੋਲਸ਼ਿਕ ਮੇਡ ਪੀਸ ਵਿਦ ਜਰਮਨੀ ਐਟ ਬ੍ਰੈਸਟ ਲਿਟਵਸ। ਤਾਂ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਵੀ ਜਿਹੜਾ ਹੈਗਾ ਬੋਲਸ਼ਿਕ ਜਰਮਨੀ ਨਾਲ ਇੱਕ ਸ਼ਾਂਤੀ ਸਮਝੌਤਾ ਕਰ ਲੈਂਦੀ ਆ ਕਿ ਉਹਨਾਂ ਨਾਲ ਵਾਰ ਨਹੀਂ ਲੜੀ ਜਾਊਗੀ। ਇਨ ਦ ਈਅਰ ਦੈਟ ਫੋਲੋਡ ਦ ਬੋਲਸ਼ਿਕ ਬਿਕੇਮ ਓਨਲੀ ਪਾਰਟੀ ਟੂ ਪਾਰਟੀਸਪੇਟ ਇਨ ਦ ਇਲੈਕਸ਼ਨ ਟੂ ਦ ਆਲ ਰਸ਼ੀਅਨ ਕਾਂਗਰਸ ਆਫ ਸੋਵੀਅਤ। ਹੁਣ ਦੇਖੋ ਜਰਮਨੀ ਨਾਲ ਸ਼ਾਂਤੀ ਦੀ ਸੰਧੀ ਕਰਨ ਤੋਂ ਬਾਅਦ ਜਿਹੜਾ ਬੋਲਸ਼ਿਕ ਇੱਕ ਪਾਰਟੀ ਬਚ ਗਈ ਸੀਗੀ, ਜਿਹੜੀ ਆਲ ਰਸ਼ੀਅਨ ਕਾਂਗਰਸ ਦੇ ਵਿੱਚ ਸਿਰਫ ਇੱਕੋ ਹੀ ਪਾਰਟੀ ਜਿਹੜੀ ਹੈਗੀ ਚੋਣ ਲੜ ਸਕਦੀ ਸੀ, ਵਿਚ ਬਿਕੇਮ ਪਾਰਲੀਮੈਂਟ ਆਫ ਦਾ ਕੰਟਰੀ। ਅਤੇ ਹੁਣ ਇਹ ਪਾਰਲੀਮੈਂਟ ਆਫ ਦਾ ਕੰਟਰੀ ਬਣ ਗਈ ਸੀ। ਰਸ਼ੀਆ ਬਿਕੇਮ ਏ ਵਨ ਪਾਰਟੀ ਸਟੇਟ। ਅਤੇ ਰਸ਼ੀਆ ਬਿਕੇਮ ਮਤਲਬ ਰਸ਼ੀਆ ਬਣ ਗਿਆ ਇੱਕ ਵਨ ਪਾਰਟੀ ਸਟੇਟ, ਜਿੱਥੇ ਕੋਈ ਹੋਰ ਪਾਰਟੀ ਕੋਈ ਵੀ ਨਹੀਂ ਗੀ। ਟ੍ਰੇਡ ਯੂਨੀਅਨ ਵਰ ਕੈਪਟ ਅੰਡਰ ਪਾਰਟੀ ਕੰਟਰੋਲ। ਜਿੰਨੀਆਂ ਵੀ ਟ੍ਰੇਡ ਯੂਨੀਅਨ ਸੀਗੀਆਂ ਉਹਨਾਂ ਸਾਰੀਆਂ ਨੂੰ ਪਾਰਟੀ ਦੇ ਕੰਟਰੋਲ ਅੰਡਰ ਰੱਖਿਆ ਗਿਆ। ਦ ਸੀਕਰਟ ਪੁਲਿਸ ਕਾਲ ਦਾ ਚੇਕਾ ਫਸਟ ਐਂਡ ਲੇਟਰ OGPU ਐਂਡ NKVD ਫਿਨਿਸ਼ਡ ਦੋਜ਼ ਹੂ ਕ੍ਰਿਟੀਸਾਈਜ਼ ਦਾ ਬੋਲਸ਼ਿਕ। ਉਹਨਾਂ ਦੀ ਇੱਕ ਸੀਕਰਟ ਪੁਲਿਸ ਸੀ ਜਿਹਦਾ ਨਾਮ ਪਹਿਲਾਂ ਚੇਕਾ ਸੀਗਾ, ਉਹਦਾ ਨਾਮ ਬਦਲ ਕੇ ਬਾਅਦ 'ਚ ਉਹਨੂੰ OGPU ਅਤੇ NKVD ਬਣਾ ਦਿੱਤਾ ਗਿਆ। ਉਹ ਲੋਕਾਂ ਨੂੰ ਪਨਿਸ਼ ਕਰਦੀ ਸੀ ਜਿਹੜੇ ਬੋਲਸ਼ਿਕ ਪਾਰਟੀ ਦਾ ਵਿਰੋਧ ਕਰਦੇ ਸੀ। ਮੈਨੀ ਯੰਗ ਰਾਈਟਰ ਐਂਡ ਆਰਟਿਸਟ ਰੈਲੀਡ ਦਾ ਪਾਰਟੀ ਬਿਕੋਜ਼ ਇਟ ਸਟੂਡ ਫਾਰ ਸੋਸ਼ਲਿਜ਼ਮ। ਜਿੰਨੇ ਵੀ ਰਾਈਟਰ ਸੀਗੇ ਸਾਰੇ ਰਿਲਾਈ ਕਰਦੇ ਸੀਗੇ, ਕਿਉਂਕਿ ਸਮਝਿਆ ਜਾਂਦਾ ਸੀਗਾ ਕਿ ਉਹ ਪਾਰਟੀ ਨੂੰ ਸਮਝਦੇ ਆ ਐਂਡ ਅੰਡਰਸਟੈਂਡ ਕਰਦੇ ਆ ਸੋਸ਼ਲਿਜ਼ਮ ਨੂੰ, ਬਿਕੋਜ਼ ਇਟ ਸਟੂਡ ਫਾਰ ਸੋਸ਼ਲਿਜ਼ਮ ਐਂਡ ਫਾਰ ਚੇਂਜ। ਅਤੇ ਉਹਨਾਂ ਨੂੰ ਪਤਾ ਸੀ ਕਿ ਇਸ ਚੀਜ਼ ਨਾਲ ਚੇਂਜ ਆਊਗੀ। ਆਫਟਰ October 1917 ਦਿਸ ਲੀਡ ਟੂ ਦਾ ਐਕਸਪੈਰੀਮੈਂਟ ਇਨ ਦਾ ਆਰਟਸ ਐਂਡ ਆਰਕੀਟੈਕਚਰ। ਅਕਤੂਬਰ ਦੇ ਤੋਂ ਬਾਅਦ 1970 ਤੋਂ ਬਾਅਦ ਇਹਨਾਂ ਨੇ ਐਕਸਪੈਰੀਮੈਂਟ ਕੀਤੇ ਆਰਟਸ ਅਤੇ ਆਰਕੀਟੈਕਚਰ ਫੀਲਡ ਦੇ ਵਿੱਚ। ਬਟ ਮੈਨੀ ਬਿਕੇਮ ਡਿਸਇਲੂਜ਼ਨਡ। ਬਹੁਤ ਸਾਰੇ ਡਿਸਇਲੂਜ਼ਨ ਹੋ ਗਏ ਸੀਗੇ ਬਿਕੋਜ਼ ਆਫ ਦਾ ਸੈਂਸਰਸ਼ਿਪ ਆਫ ਦਾ ਪਾਰਟੀ ਇਨਕਰੇਜ। ਕਿਉਂਕਿ ਜਿਹੜੀ ਪਾਰਟੀ ਨੇ ਸੈਂਸਰਸ਼ਿਪ ਜਿਹੜੀ ਹੈਗੀ ਆ ਇਨਕਰੇਜ ਕੀਤੀ ਸੀਗੀ ਕਿ ਕੋਈ ਵੀ ਪਾਰਟੀ ਦੇ ਵਿਰੁੱਧ ਕੋਈ ਗੱਲ ਨਾ ਕਰੇ। ਨੈਕਸਟ ਪੜ੍ਹਦੇ ਹਾਂ ਆਪਾਂ ਕੀ ਹੁੰਦਾ। ਬਾਕਸ 3 ਸਟੂਡੈਂਟ ਖੁਦ ਪੜ੍ਹਨਗੇ। ਨੈਕਸਟ ਕੀ ਹੁੰਦਾ ਸਿਵਲ ਵਾਰ। ਸਿਵਲ ਵਾਰ ਦਾ ਮੀਨਿੰਗ ਹੁੰਦਾ ਘਰੇਲੂ ਜੰਗ। ਦੇਸ਼ ਦੇ ਵਿੱਚ ਹੀ ਜੰਗ ਲੱਗ ਜਾਣ ਨੂੰ ਘਰੇਲੂ ਜੰਗ ਕਹਿੰਦੇ ਆ। ਤਾਂ ਸਿਵਲ ਵਾਰ ਲੱਗ ਜਾਂਦੀ ਹੈ ਅਕਤੂਬਰ ਜਿਹੜੀ ਰੈਵੋਲਿਊਸ਼ਨ ਤੋਂ ਹੋਣ ਤੋਂ ਬਾਅਦ। ਕੁਛ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ। ਐਕਟੀਵਿਟੀ ਸਟੂਡੈਂਟ ਖੁਦ ਪੜ੍ਹਨਗੇ। ਸਾਡੇ ਕੋਲ ਹੈ ਸਿਵਲ ਵਾਰ, ਥੋੜ੍ਹਾ ਪੜ੍ਹਦੇ ਹਾਂ ਇਹਦੇ ਬਾਰੇ। When the Bolshevik ordered land redistribution, the Russian army began to break up. ਜਦੋਂ ਬੋਲਸ਼ਿਕ ਪਾਰਟੀ ਆਰਡਰ ਦਿੰਦੀ ਹੈ ਕਿ ਲੈਂਡ ਨੂੰ ਵੰਡ ਲਓ, ਜਿਹੜੀ ਨੋਬਲ ਤੋਂ ਖੋਈ ਹੋਈ ਆ ਉਹਨਾਂ ਨੂੰ ਰੀਡਿਸਟਰੀਬਿਊਟ ਕਰੋ, ਰਸ਼ੀਅਨ ਆਰਮੀ ਸ਼ੁਰੂ ਕਰਦੀ ਹੈ ਇਹਨੂੰ ਵੰਡਣਾ, ਬ੍ਰੇਕਅਪ ਕਰਨਾ। ਸੋਲਜਰ ਮੋਸਟਲੀ ਪੀਜੈਂਟ, ਕਿਸਾਨ ਜ਼ਿਆਦਾਤਰ ਕਿਸਾਨ ਸੀਗੇ, ਜਿਹੜੇ ਸੋਲਜਰ ਸੀਗੇ ਜ਼ਿਆਦਾਤਰ ਕਿਸਾਨ ਸੀਗੇ। ਵਿਸ਼ ਟੂ ਗੋ ਫਾਰ ਹੋਮ ਫਾਰ ਦਾ ਰੀਡਿਸਟਰੀਬਿਊਸ਼ਨ ਐਂਡ ਡਿਜ਼ਰਟਡ। ਡਿਜ਼ਰਟਡ ਵਰਡ ਸਟੂਡੈਂਟ ਖੁਦ ਫਾਈਂਡ ਕਰਨਗੇ, ਇਹਦਾ ਮੀਨਿੰਗ ਕੀ ਆ। ਵਰਡ ਡਿਜ਼ਰਟਡ ਜਿਹੜੇ ਕਿਸਾਨ ਹੁੰਦੇ ਆ ਉਹ ਚਾਹੁੰਦੇ ਹੁੰਦੇ ਆ ਕਿ ਹੁਣ ਲੈਂਡ ਡਿਸਟਰੀਬਿਊਟ ਹੋ ਰਹੀ ਆ ਅਤੇ ਅਸੀਂ ਆਪਣੇ ਘਰਾਂ ਨੂੰ ਜਾਈਏ, ਸਾਨੂੰ ਵੀ ਲੈਂਡ ਪ੍ਰਾਪਤ ਹੋਵੇ। ਨਾਨ ਬੋਲਸ਼ਿਕ ਸੋਸ਼ਲਿਸਟ ਲਿਬਰਲ ਐਂਡ ਸਪੋਰਟਰ ਆਫ ਆਟੋਕ੍ਰੇਸੀ ਕੰਡੈਮਡ ਦਾ ਬੋਲਸ਼ਿਕ ਅਪਰਾਈਜ਼ਿੰਗ। ਤਾਂ ਜਿਹੜੇ ਸੋਸ਼ਲਿਸਟ ਹੁੰਦੇ ਆ ਨਾਨ ਬੋਲਸ਼ਿਕ ਸੋਸ਼ਲਿਸਟ, ਜਿਹੜੇ ਬੋਲਸ਼ਿਕ ਪਾਰਟੀ ਦੇ ਵਿੱਚ ਨਹੀਂ ਹੁੰਦੇ ਗੇ, ਦੂਸਰੇ ਸੋਸ਼ਲਿਸਟ ਹੁੰਦੇ ਆ ਮੈਨਸ਼ਿਕ ਪਾਰਟੀ ਦੇ, ਲਿਬਰਲ ਹੁੰਦੇ ਆ ਜਿਹੜੇ ਆਟੋਕ੍ਰੇਸੀ ਦੇ ਰਾਜੇ ਦੇ ਸਮਰਥਕ ਹੁੰਦੇ ਆ, ਉਹ ਕੰਡੈਮਡ ਕਰਦੇ ਆ ਕਿ ਬੋਲਸ਼ਿਕ ਅਪਰਾਈਜ਼ਿੰਗ ਨੂੰ। ਕੰਡੈਮਡ ਵਰਡ ਸਟੂਡੈਂਟ ਨੇ ਖੁਦ ਫਾਈਂਡ ਕਰਨਾ। ਦੇਅਰ ਲੀਡਰ ਮੂਵ ਟੂ ਸਾਊਥ ਰਸ਼ੀਆ, ਉਹਨਾਂ ਦੇ ਜਿਹੜੇ ਲੀਡਰ ਆ ਸਾਊਥ ਰਸ਼ੀਆ ਨੂੰ ਮੂਵ ਕਰ ਜਾਂਦੇ ਆ। ਐਂਡ ਔਰਗਨਾਈਜ਼ ਟਰੂਪ ਟੂ ਫਾਈਟ ਦਾ ਬੋਲਸ਼ਿਕ ਦਾ ਰੈਡਸ। ਤਾਂ ਹੁਣ ਇੱਥੇ ਗੱਲ ਨਿਕਲ ਕੇ ਆਈ ਹੈ ਵੀ ਜਿਹੜੇ ਸਾਰੇ ਲੀਡਰ ਹੁੰਦੇ ਇਹਨਾਂ ਦੇ ਉੱਪਰ, ਲਿਬਰਲ ਦੇ, ਬੋਲਸ਼ਿਕ ਦੇ, ਨਾਨ ਬੋਲਸ਼ਿਕ ਸੋਸ਼ਲਿਸਟ ਦੇ, ਆਟੋਕ੍ਰੇਸੀ ਦੇ ਸਮਰਥਕ ਜਿਹੜੇ ਹੁੰਦੇ ਆ ਉਹਨਾਂ ਦੇ ਲੀਡਰ ਜਾਂਦੇ ਆ ਸਾਊਥ ਰਸ਼ੀਆ ਦੇ ਵਿੱਚ ਅਤੇ ਆਪਣੇ ਟਰੂਪਸ ਜਿਹੜੇ ਹੁੰਦੇ ਆ ਮਤਲਬ ਫੌਜੀਆਂ ਦੇ
ਗਰੁੱਪ ਨੂੰ ਤਿਆਰ ਕਰਦੇ ਆ ਕਾਹਦੇ ਨਾਲ ਲੜਨ ਵਾਸਤੇ, ਬੋਲਸ਼ਿਕ ਨਾਲ। ਕਿਹੜੀ ਬੋਲਸ਼ਿਕ ਪਾਰਟੀ, ਜਿਹੜੀ ਲੈਲਨ ਦੀ ਸੀ, ਜਿਨ੍ਹਾਂ ਨੂੰ ਰੈੱਡ ਵੀ ਕਿਹਾ ਜਾਂਦਾ ਸੀਗਾ, ਕਿਉਂਕਿ ਇਹਨਾਂ ਦੀ ਜਿਹੜੀ ਡਰੈਸ ਸੀ ਉਹ ਰੈੱਡ ਕਲਰ ਦੀ ਸੀਗੀ, ਇਸ ਕਰਕੇ ਇਹਨਾਂ ਨੂੰ ਰੈੱਡ ਵੀ ਬੋਲਿਆ ਜਾਂਦਾ ਸੀਗਾ। ਡਿਊਰਿੰਗ 1918 ਐਂਡ 1919 ਦ ਗ੍ਰੀਨਜ਼ ਸੋਸ਼ਲਿਸਟ ਰੈਵੋਲੂਸ਼ਨਰੀ, ਜਿਹੜੇ ਗ੍ਰੀਨ ਵਰਦੀ ਪਹਿਨਦੇ ਸੀ ਉਹ ਵੀ ਸੋਸ਼ਲਿਸਟ ਸੀਗੇ। ਹੋਰ ਸੋਸ਼ਲਿਸਟ ਸੀਗੇ ਜਿਹੜੇ ਬੋਲਸ਼ਿਕ ਪਾਰਟੀ ਦੇ ਰੈੱਡ ਦੇ ਮੈਂਬਰ ਨਹੀਂ ਸੀਗੇ। ਐਂਡ ਵਾਈਟਸ ਪ੍ਰੋ ਜ਼ਾਰਸਟ, ਵਾਈਟ ਲੋਕ ਉਹ ਸੀਗੇ ਜਿਹੜੇ ਜ਼ਾਰ ਨੂੰ ਰਾਜੇ ਦੇ ਸਮਰਥਕ ਸੀਗੇ। ਕੰਟਰੋਲ ਮੋਸਟ ਆਫ ਦਾ ਰਸ਼ੀਅਨ ਅੰਪਾਇਰ, ਇਹਨਾਂ ਸਾਰਿਆਂ ਨੇ ਰਲ ਕੇ, ਰੈੱਡ ਨੇ, ਗ੍ਰੀਨ ਨੇ, ਵਾਈਟ ਨੇ, ਪੂਰੇ ਰਸ਼ੀਆ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ। ਹੁਣ ਦੇ ਵਰ ਬੈਕਡ ਬਾਏ ਫਰੈਂਚ ਅਤੇ ਅਮੈਰੀਕਨ, ਬ੍ਰਿਟਿਸ਼ ਐਂਡ ਜਾਪਾਨੀ ਟਰੂਪਸ, ਅਤੇ ਇਹਨਾਂ ਨੂੰ ਵਾਪਸ ਧੱਕਿਆ ਗਿਆ ਕਿਹਨਾਂ ਦੁਆਰਾ, ਅਮਰੀਕਾ ਦੁਆਰਾ, ਫਰਾਂਸ ਦੁਆਰਾ, ਬ੍ਰਿਟਿਸ਼ ਦੁਆਰਾ, ਜਾਪਾਨੀਜ਼ ਦੁਆਰਾ। ਆਲ ਦੋਜ਼ ਫੋਰਸ ਹੂ ਆਰ ਵਰੀਡ ਐਟ ਦਾ ਗਰੋਥ ਆਫ ਸੋਸ਼ਲਿਜ਼ਮ ਇਨ ਰਸ਼ੀਆ, ਅਤੇ ਇਹਨਾਂ ਸਾਰੇ ਕੰਟਰੀਆਂ ਨੇ ਇਹਨਾਂ ਜਿਹੜੇ ਰੈੱਡ ਸੀਗੇ, ਗ੍ਰੀਨ ਸੀਗੇ, ਇਹਨਾਂ ਨੂੰ ਵਾਪਸ ਕਿਉਂ ਧੱਕਿਆ, ਕਿਉਂਕਿ ਇਹ ਨਹੀਂ ਚਾਹੁੰਦੇ ਸੀਗੇ, ਕਿਉਂਕਿ ਇਹ ਚਿੰਤਤ ਸੀਗੇ ਕਿ ਜਿਹੜੀ ਹੈਗੀ ਰਸ਼ੀਆ ਦੇ ਵਿੱਚ ਜਿਹੜੀ ਗਰੋਥ ਹੋ ਰਹੀ ਹੈ ਸਮਾਜਵਾਦ ਦੀ, ਉਹ ਸਾਡੀਆਂ ਕੰਟਰੀਆਂ ਤੱਕ ਵੀ ਇੱਕ ਦਿਨ ਪਹੁੰਚੂਗੀ। ਐਜ਼ ਦੀਜ਼ ਟਰੂਪਸ ਐਂਡ ਬੋਲਸ਼ਿਕ ਫੌਟ ਸਿਵਲ ਵਾਰ, ਜਿਵੇਂ ਜਿਹੜੇ ਹੈਗੇ ਆ ਟਰੂਪਸ ਨੇ ਅਤੇ ਬੋਲਸ਼ਿਕ ਸਿਵਲ ਵਾਰ ਲੜੀ, ਘਰੇਲੂ ਜੰਗ। ਲੂਟਿੰਗ, ਬੈਂਟਰੀ ਐਂਡ ਫਮਾਈਨ ਬਿਕੇਮ ਕਾਮਨ, ਹੁਣ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਲੜਾਈ ਜਦੋਂ ਲੜਨ ਲੱਗ ਗਏ ਇਹ, ਤਾਂ ਰਸ਼ੀਆ ਦੇ ਵਿੱਚ ਜਿਹੜੀਆਂ ਹੈਗੀਆਂ ਸਿਵਲ ਵਾਰ, ਲੋਕਾਂ ਦਾ ਆਪਸ 'ਚ ਲੜਨਾ, ਲੋਕਾਂ ਨੂੰ ਲੁੱਟਣਾ, ਅਤੇ ਬੈਂਡਟਰੀ, ਫਮਾਈਨ, ਭੁੱਖਮਰੀ, ਇਹ ਗੱਲਾਂ ਜਿਹੜੀਆਂ ਸਾਰੀਆਂ ਕਾਮਨ ਹੋ ਗਈਆਂ ਸੀ। ਸਪੋਰਟਰ ਆਫ ਪ੍ਰਾਈਵੇਟ ਪ੍ਰੋਪਰਟੀ ਅਮੰਗ ਵਾਈਟਸ ਟੁੱਕ ਹਾਰਸ਼ ਸਟੈਪ ਵਿਦ ਪੀਜੈਂਟ ਹੂ ਹੈਡ ਸਜ਼ਾਈ ਲੈਂਡ, ਹੁਣ ਜਿਹੜੇ ਸਪੋਰਟਰ ਸੀਗੇ ਪ੍ਰਾਈਵੇਟ ਪ੍ਰੋਪਰਟੀ ਦੇ ਅਮੰਗ ਵਾਈਟਸ, ਹੁਣ ਵਾਈਟ ਕੌਣ ਸੀਗੇ ਇੱਥੇ, ਵਾਈਟ ਉਹ ਸੀਗੇ ਜਿਹੜੇ ਰਾਜੇ ਦੇ ਸਮਰਥਕ ਸੀਗੇ। ਉਹਨਾਂ ਨੇ ਬਹੁਤ ਸਖਤ ਕਦਮ ਲਏ ਕਿਸਾਨਾਂ ਦੇ ਲਈ, ਜਿਨ੍ਹਾਂ ਨੂੰ ਬੋਲਸ਼ਿਕ ਪਾਰਟੀ ਨੇ ਕਿਹਾ ਸੀ ਕਿ ਲੈਂਡ ਨੂੰ ਕੈਪਚਰ ਕਰ ਲਓ। ਜਦੋਂ ਉਹਨੇ ਲੈਂਡ ਕੈਪਚਰ ਕੀਤੀ ਅਤੇ ਇਹਨਾਂ ਜਿਹੜੇ ਹੈਗੇ ਆ ਪਾਰਟੀ ਦੇ ਮੈਂਬਰਾਂ ਨੇ, ਵਾਈਟਸ ਦੇ ਮੈਂਬਰਾਂ ਨੇ ਬਹੁਤ ਸਖਤ ਕਦਮ ਲਏ, ਕਿਸਾਨਾਂ ਨੂੰ ਮਾਰਿਆ। ਸੱਚ ਐਕਸ਼ਨ ਲੀਡ ਟੂ ਦਾ ਲਾਸ ਆਫ ਪੋਪੂਲਰ ਸਪੋਰਟ ਫਾਰ ਦਾ ਨਾਨ ਬੋਲਸ਼ਿਕ, ਹੁਣ ਇਹਨਾਂ ਕੰਮਾਂ ਨਾਲ ਕੀ ਹੋਇਆ ਕਿ ਜਿਹੜੇ ਵਾਈਟ ਸੀਗੇ ਉਹ ਅਨਪੋਪੂਲਰ ਹੋ ਗਏ ਲੋਕਾਂ ਦੇ ਵਿੱਚ। ਨਾਨ ਬੋਲਸ਼ਿਕ ਮੀਨਸ ਜਿਹੜੇ ਵਾਈਟ, ਉਹਨਾਂ ਦੀ ਸਪੋਰਟ ਚਲੀ ਗਈ। ਬਾਏ ਜਨਵਰੀ 1920 ਦਾ ਬੋਲਸ਼ਿਕ ਕੰਟਰੋਲ ਮੋਸਟ ਆਫ ਦਾ ਫਾਰਮਰ ਰਸ਼ੀਅਨ ਅੰਪਾਇਰ, 1920 ਆਉਂਦੇ ਜਨਵਰੀ ਤੱਕ ਬੋਲਸ਼ਿਕ ਪਾਰਟੀ ਨੇ ਕੰਟਰੋਲ ਕਰ ਲਿਆ ਸੀ ਸਾਰੇ ਰਸ਼ੀਅਨ ਅੰਪਾਇਰ ਦੇ ਉੱਪਰ। ਦੇ ਸਕਸੀਡ, ਉਹ ਸਕਸੈਸ ਹੋ ਗਏ ਇਸ ਗੱਲ ਦੇ ਵਿੱਚ ਡਿਊ ਟੂ ਕੋਆਪਰੇਸ਼ਨ ਵਿਦ ਨਾਨ ਰਸ਼ੀਅਨ ਨੈਸ਼ਨਲਿਸਟ। ਹੁਣ ਜਿਹੜਾ ਹੈਗੇ ਆ ਬੋਲਸ਼ਿਕ ਵਾਲਿਆਂ ਨੇ ਕੀ ਕੀਤਾ ਕਿ ਉਹਨਾਂ ਨੇ ਕੋਆਪਰੇਸ਼ਨ ਦਿਖਾਈ ਕਿਹਨਾਂ ਨਾਲ, ਨਾਨ ਰਸ਼ੀਅਨ ਨਾਲ, ਜਿਹੜੇ ਨਾਨ ਰਸ਼ੀਅਨ ਨੈਸ਼ਨਲਿਸਟ ਨਹੀਂ ਸੀਗੇ, ਜਿਹੜੇ ਲੋਕ ਰਸ਼ੀਅਨ ਦੀ ਕਲੋਨੀ ਦੇ ਵਿੱਚ ਰਹਿੰਦੇ ਸੀ। ਜਿਵੇਂ ਬ੍ਰਿਟਿਸ਼ ਦੀ ਕਲੋਨੀ ਇੰਡੀਆ ਸੀਗੀ, ਉਵੇਂ ਰਸ਼ੀਅਨ ਦੀ ਵੀ ਕਈ ਕਲੋਨੀਆਂ ਸੀਗੀਆਂ ਏਸ਼ੀਆ ਦੇ ਵਿੱਚ ਔਰ ਹੋਰ ਕਈ ਭਾਗਾਂ ਦੇ ਵਿੱਚ। ਜਿਵੇਂ ਉਹਨਾਂ ਦੀ ਇੱਕ ਕਲੋਨੀ ਏਸ਼ੀਆ ਦੇ ਵਿੱਚ ਸੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਅੱਜ ਦਾ ਅਫਗਾਨਿਸਤਾਨ ਰਸ਼ੀਆ ਦੀ ਕਲੋਨੀ ਰਿਹਾ, ਜਿੰਨਾ ਤੱਕ USSR ਬਣਿਆ ਰਿਹਾ ਰਸ਼ੀਆ ਪੂਰਾ, ਜਿੰਨੇ ਕੰਟਰੀਆਂ ਦੇ ਵਿੱਚ ਸ਼ਾਮਲ ਸੀ ਉਹਨਾਂ ਵਿੱਚ ਅਫਗਾਨਿਸਤਾਨ ਵੀ ਉਹਨਾਂ ਨੇ ਸ਼ਾਮਲ ਕਰ ਲਿਆ ਸੀ। ਤਾਂ ਜਿਹੜੀਆਂ ਬੋਲਸ਼ਿਕ ਪਾਰਟੀ ਸੀ ਉਹਨਾਂ ਨੇ ਕੋਆਪਰੇਸ਼ਨ ਦਿਖਾਈ ਨਾਨ ਰਸ਼ੀਅਨ ਨੈਸ਼ਨਲਿਸਟ ਨਾਲ, ਮੁਸਲਿਮ ਜਦਿਸਟ ਨਾਲ। ਕੋਆਪਰੇਸ਼ਨ ਡਿਡ ਨਾਟ ਵਰਕ ਵੇਅਰ ਰਸ਼ੀਅਨ ਕਲੋਨਿਸਟ ਦੈਮਸੈਲਫ ਟਰਨ ਟੂ ਬੋਲਸ਼ਿਕ, ਕੋਆਪਰੇਸ਼ਨ ਨੇ ਕੰਮ ਉੱਥੇ ਨਹੀਂ ਕੀਤਾ ਜਿੱਥੇ ਉਹ ਪਹਿਲਾਂ ਹੀ ਬੋਲਸ਼ਿਕ ਦੇ ਵਿੱਚ ਚੇਂਜ ਹੋ ਗਏ ਸੀਗੇ। ਇਨ ਖੀਵਾ ਇਨ ਸੈਂਟਰਲ ਏਸ਼ੀਆ ਦੇ ਵਿੱਚ ਇੱਕ ਖੀਵਾ ਨਾਮ ਦੀ ਜਗ੍ਹਾ ਹੈਗਾ, ਕੰਟਰੀ ਹੈਗੀ ਆ। ਬੋਲਸ਼ਿਕ ਕਲੋਨੀਲਿਸਟ ਬਰੂਚਲੀ ਮਾਸਕੇਡ, ਉੱਥੇ ਬੋਲਸ਼ਿਕ ਦੀਆਂ ਕਲੋਨੀਜ਼ ਨੂੰ ਬਹੁਤ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਮਾਰਿਆ ਗਿਆ। ਮਾਸਕੇਡ ਹੁੰਦਾ ਕਿਲਿੰਗ ਕਰਨੀ ਲੋਕਾਂ ਦੀ ਬਹੁਤ ਵੱਡੇ ਪੱਧਰ 'ਤੇ। ਲੋਕਲ ਨੈਸ਼ਨਲਿਸਟ ਇਨ ਦਾ ਨੇਮ ਆਫ ਡਿਫੈਂਡਿੰਗ ਸੋਸ਼ਲਿਜ਼ਮ, ਤਾਂ ਸੋਸ਼ਲਿਜ਼ਮ ਨੂੰ ਬਚਾਉਣ ਦੇ ਨਾਮ ਦੇ ਉੱਪਰ ਜਿਹੜੀ ਇਹ ਕੰਟਰੀ ਖੀਵਾ ਹੈਗੀ ਸੈਂਟਰਲ ਏਸ਼ੀਆ ਦੇ ਵਿੱਚ, ਉੱਥੋਂ ਦੇ ਲੋਕਾਂ ਨੂੰ ਮਾਰਿਆ ਗਿਆ ਬਹੁਤ ਵੱਡੇ ਪੱਧਰ 'ਤੇ। ਲੋਕਲ ਨੈਸ਼ਨਲਿਸਟ ਨੂੰ ਮਾਸਕਰ ਕੀਤਾ ਗਿਆ ਕਾਹਦੇ ਨਾਮ ਉੱਪਰ ਕਿ ਅਸੀਂ ਸੋਸ਼ਲਿਜ਼ਮ ਨੂੰ ਬਚਾ ਰਹੇ ਹਾਂ ਅਤੇ ਨੈਸ਼ਨਲਿਸਟ ਨੂੰ ਉਹ ਮਾਰ ਰਹੇ ਸੀ। ਰਾਸ਼ਟਰਵਾਦੀ ਅਤੇ ਬੋਲਸ਼ਿਕ ਡਿਫਰੈਂਟ ਆਇਡੈਂਟੀ ਸੀਗੇ। ਰਾਸ਼ਟਰਵਾਦੀ
ਜਿਹੜੇ ਹੈਗੇ ਆ ਡੈਮੋਕ੍ਰੇਸੀ ਤੋਂ ਉਲਟ ਸੀਗੇ, ਰਾਸ਼ਟਰਵਾਦੀ ਡੈਮੋਕ੍ਰੇਸੀ ਚਾਹੁੰਦੇ ਸੀ, ਪਰ ਜਿਹੜੇ ਬੋਲਸ਼ਿਕ ਸੀ ਉਹ ਸਮਾਜਵਾਦ ਚਾਹੁੰਦੇ ਸੀ। ਇਹ ਦੋਨਾਂ ਸਿਧਾਂਤਾਂ ਵਿੱਚ ਥੋੜ੍ਹਾ ਜਿਹਾ ਫਰਕ ਆ। ਸਮਾਜ ਵਿੱਚ ਸਭ ਕੁਝ ਇੱਕੋ ਜਿਹਾ ਹੁੰਦਾ, ਪਰ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਸਭ ਚੀਜ਼ਾਂ ਨੂੰ ਬਰਾਬਰ ਨਹੀਂ ਵੰਡਿਆ ਜਾਂਦਾ। ਇਨ ਦਿਸ ਸਿਚੁਏਸ਼ਨ ਮੈਨੀ ਵਰ ਕਨਫਿਊਜ਼ਡ ਅਬਾਊਟ ਵਟ ਦਾ ਬੋਲਸ਼ਿਕ ਗਵਰਨਮੈਂਟ ਰੀਪ੍ਰਜੈਂਟ। ਤਾਂ ਸਾਰੀ ਇਸ ਸਿਚੁਏਸ਼ਨ ਦੇ ਵਿੱਚ ਸਾਰੇ ਜਿਹੜੇ ਸੀਗੇ ਕਨਫਿਊਜ਼ ਸੀਗੇ ਕਿ ਬੋਲਸ਼ਿਕ ਗਵਰਨਮੈਂਟ ਕੀ ਰੀਪ੍ਰਜੈਂਟ ਕਰਨ ਜਾ ਰਹੀ ਹੈ। Partially to remedy this, the most Russian nationalists were given a political autonomy in the Soviet Union। ਕੀ ਹੁੰਦਾ ਕਿ ਇਸ ਚੀਜ਼ ਨੂੰ ਥੋੜ੍ਹਾ ਜਿਹਾ ਠੀਕ ਕਰਨ ਲਈ ਜਿਹੜੇ ਬੋਲਸ਼ਿਕ ਪਾਰਟੀ ਹੁੰਦੀ ਹੈ ਨੌਨ ਰਸ਼ੀਅਨ ਨੈਸ਼ਨਲਿਸਟ ਨੂੰ ਕੀ ਕਰਨ ਦੀ ਆ, ਪੋਲੀਟੀਕਲ ਅਟੋਨਮੀ ਦੇ ਦਿੰਦੀ ਆ ਕਿ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਕੰਮ ਕਰ ਲਓ। ਕਿਉਂਕਿ ਜਿਹੜੀ ਬੋਲਸ਼ਿਕ ਪਾਰਟੀ ਹੁੰਦੀ ਪੂਰੇ ਰਸ਼ੀਆ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਯੂਨੀਅਨ ਬਣਾ ਲਈ ਹੁੰਦੀ ਜਿਹਦਾ ਨਾਮ ਦਾ ਸੋਵੀਅਤ ਯੂਨੀਅਨ USSR। ਹੁਣ ਜਿੰਨੀਆਂ ਕੰਟਰੀਆਂ ਦੇ ਵਿੱਚ ਸ਼ਾਮਲ ਹੋਈ ਜਾਂਦੀਆਂ ਸਾਰੀਆਂ ਇੱਕ ਯੂਨੀਅਨ ਦੇ ਅੰਡਰ ਆ ਰਹੀਆਂ ਹੁੰਦੀਆਂ ਜਿਹਦਾ ਨਾਮ ਹੁੰਦਾ USSR, ਯੂਨਾਈਟਿਡ ਸੋਵੀਅਤ ਸੰਘ ਰਸ਼ੀਆ। The state the Bolshevik created from the Russian Empire in December 1902। Bolshevik ਨੇ ਕ੍ਰੀਏਟ ਕੀਤੀ ਸੀ ਰਸ਼ੀਅਨ ਅੰਪਾਇਰ, ਇੱਕ ਬਹੁਤ ਵੱਡਾ ਅੰਪਾਇਰ ਬਣਾ ਲਿਆ ਸੀਗਾ 1922 ਤੱਕ, ਦਸੰਬਰ ਤੱਕ। ਬਹੁਤ ਸਾਰੀਆਂ ਕੰਟਰੀਆਂ ਜਿਹਨਾਂ 'ਚ ਅਫਗਾਨਿਸਤਾਨ ਵੀ ਉਸ ਟਾਈਮ 'ਤੇ ਸ਼ਾਮਿਲ ਸੀਗਾ, ਉਹ ਰਸ਼ੀਆ ਦੀ ਕਲੋਨੀ ਸੀਗਾ, ਅਤੇ ਇੰਡੀਆ ਉਸ ਟਾਈਮ 'ਤੇ ਬ੍ਰਿਟਿਸ਼ ਦੀ ਕਲੋਨੀ ਸੀਗਾ। But since this was combined with unpopular policy that the Bolshevik forced to local government to follow। ਪਰ ਜਿਹੜੀਆਂ ਪਾਲਿਸੀਆਂ ਸੀਗੀਆਂ ਉਹ ਕੰਬਾਈਨ ਕੀਤੀਆਂ ਗਈਆਂ ਸੀ, ਅਨਪੋਪੂਲਰ ਸੀ ਇਹਨਾਂ ਕਲੋਨੀਆਂ ਦੇ ਵਿੱਚ, ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਲੋਕਾਂ ਨੇ, ਅਤੇ ਬੋਲਸ਼ਿਕ ਫੋਰਸ ਕਰਦੇ ਸੀ ਲੋਕਲ ਗਵਰਨਮੈਂਟ ਨੂੰ ਕਿ ਇਹਨਾਂ ਪਾਲਿਸੀਆਂ ਨੂੰ ਫੋਲੋ ਕਰਨ। ਲੋਕ ਲਾਈਕ ਦਾ ਹਾਰਸ਼ ਡਿਸਕਰੇਜਮੈਂਟ ਆਫ ਨੋਮਾਡਿਜ਼ਮ ਅਟੈਂਪਟ ਟੂ ਵਿਨ over different nationalities were only partially successful। ਤਾਂ ਉਹਨਾਂ ਨੇ ਹਾਰਸ਼ ਡਿਸਕਰੇਜਮੈਂਟ ਕੀਤਾ ਨੋਮਾਡਿਜ਼ਮ ਨੂੰ। ਇਸ ਕਰਕੇ ਕੀ ਹੋਇਆ ਕਿ ਜਿਹੜੇ ਰਸ਼ੀਅਨ ਅੰਪਾਇਰ ਆ ਉਹ ਜ਼ਿਆਦਾ ਸਕਸੈਸ ਨਹੀਂ ਹੋ ਸਕੇ ਡਿਫਰੈਂਟ ਪਾਰਟ ਨੂੰ ਸਕਸੈਸਫੁਲ ਆਪਣੇ ਅੰਡਰ ਕਰਨ ਲਈ। ਤਾਂ ਨੈਕਸਟ ਸਾਡੇ ਕੋਲ ਹੈਗਾ ਸਬ ਟੋਪਿਕ 4.2 ਮੇਕਿੰਗ ਸੋਸ਼ਲ ਸੁਸਾਇਟੀ। ਸੋਸ਼ਲਿਸਟ ਸੁਸਾਇਟੀ ਕਿੱਦਾਂ ਬਣਾਈ ਉਹਨਾਂ ਨੇ। ਇਸ ਸਿਵਲ ਵਾਰ ਹੋਣ ਤੋਂ ਬਾਅਦ ਡਿਊਰਿੰਗ ਦਾ ਸਿਵਲ ਵਾਰ ਦਾ ਬੋਲਸ਼ਿਕ ਕਿਪਟ ਇੰਡਸਟਰੀਜ਼ ਐਂਡ ਬੈਂਕਸ ਨੈਸ਼ਨਲਾਈਜ਼। ਤਾਂ ਉਹਨਾਂ ਨੇ ਕੀ ਕੀਤਾ, ਇੰਡਸਟਰੀ ਦੇ ਬੈਂਕ ਨੂੰ ਨੈਸ਼ਨਲਾਈਜ਼ ਕਰੀ ਰੱਖਿਆ ਸਿਵਲ ਵਾਰ ਦੇ ਦੌਰਾਨ ਵੀ। ਦੇ ਪਰਮਿਟਡ ਪੀਜ਼ੈਂਟ ਟੂ ਕਲਟੀਵੇਟ ਦੇਅਰ ਲੈਂਡ। ਉਹਨਾਂ ਨੇ ਕਿਸਾਨਾਂ ਨੂੰ ਆਜ਼ਾਦੀ ਦਿੱਤੀ ਕਿ ਉਹ ਆਪਣੀ ਲੈਂਡ ਨੂੰ ਕਲਟੀਵੇਟ ਕਰ ਲੈਣ। ਦੇ ਹੈਡ ਬੀਨ ਸੋਸ਼ਲਾਈਜ਼ਡ, ਉਹ ਸੋਸ਼ਲਾਈਜ਼ ਹੋ ਚੁੱਕੇ ਸੀਗੇ। ਬੋਲਸ਼ਿਕ ਯੂਜ਼ਡ ਕਨਫਿਸਕੇਟਡ ਲੈਂਡ, ਬੋਲਸ਼ਿਕ ਹੁਣ ਯੂਜ਼ ਕਰਦੇ ਸੀ ਉਹ ਲੈਂਡ ਜਿਹੜੀ ਉੱਪਰ ਉਹਨਾਂ ਨੇ ਕਬਜ਼ਾ ਕੀਤਾ ਸੀ ਨੋਬਲ ਲੋਕਾਂ ਦੀ। ਟੂ ਡੈਮੋਸਟ੍ਰੇਟ ਵਟ ਕਲੈਕਟਿਵ ਵਰਕ ਕੁੱਡ ਬੀ। ਉਹਨਾਂ ਨੇ ਇਹ ਪ੍ਰਦਰਸ਼ਨ ਕਰਨਾ ਸੀਗਾ ਵੀ ਇਕੱਠਾ ਕੰਮ ਕਿਵੇਂ ਹੁੰਦਾ ਸੀ, ਤੁਹਾਨੂੰ ਇਕੱਠਾ ਕੰਮ ਕਰਕੇ ਦਿਖਾਉਣੇ ਆ। ਕਿਸਾਨਾਂ ਨੂੰ ਕਿਹਾ ਕਿ ਲੈਂਡ ਉੱਪਰ ਖੇਤੀ ਕਰੋ ਇਕੱਠੇ ਹੋ ਕੇ, ਔਰ ਬਾਅਦ ਦੇ ਵਿੱਚ ਉਹ ਸਾਰੀ ਇਕੁਅਲ ਭਾਗਾਂ ਦੇ ਵਿੱਚ ਵੰਡ ਲਓ। ਆ ਪ੍ਰੋਸੈਸ ਆਫ ਸੈਂਟਰਲਾਈਜ਼ ਪਲੈਨਿੰਗ ਵਾਜ਼ ਇੰਟਰੋਡਿਊਸ। ਸਰਕਾਰ ਨੇ ਸੈਂਟਰਲਾਈਜ਼ ਪਲੈਨਿੰਗ ਨੂੰ ਇੰਟਰੋਡਿਊਸ ਕੀਤਾ। ਅਫੀਸ਼ੀਅਲ ਅਸੈਸਡ ਹਾਊ ਇਕੋਨਮੀ ਕੁੱਡ ਵਰਕ। ਅਫੀਸ਼ੀਅਲ ਨੇ ਅਸੈਸ ਕੀਤਾ ਕਿ ਦਿਖਾਇਆ ਕਿ ਇਕੋਨਮੀ ਕਿਵੇਂ ਵਰਕ ਕਰਦੀ ਆ। ਐਂਡ ਸੈੱਟ ਟਾਰਗੇਟ ਫਾਰ 5 ਈਅਰ ਪੀਰੀਅਡ। ਉਹਨਾਂ ਨੇ 5 ਈਅਰ ਪੀਰੀਅਡ ਲਈ ਇੱਕ ਟਾਰਗੇਟ ਰੱਖ ਲਈ ਕਿ 5 ਸਾਲਾਂ ਵਿੱਚ ਅਸੀਂ ਇਹ ਚੀਜ਼ ਨੂੰ ਅਚੀਵ ਕਰਨਾ ਹੀ ਕਰਨਾ, ਜਿਹੜੀ ਦੇਸ਼ ਦੇ ਉਹਨਾਂ ਦੇ ਵਿੱਚ ਕਮੀ ਆ। ਔਨ ਦਾ ਬੇਸਿਸ ਆਫ ਦੇ ਮੇਡ 5 ਈਅਰ ਪਲੈਨਸ। ਇਸ ਬਿਹਾਫ 'ਤੇ ਉਹਨਾਂ ਨੇ ਹਰ ਵਾਰੀ ਫਿਰ ਉਹਨਾਂ ਨੇ 5 ਈਅਰ ਪਲੈਨ ਬਣਾਉਣੇ ਸ਼ੁਰੂ ਕਰਤੇ। ਸਾਡੇ ਇੰਡੀਆ ਵਾਲਿਆਂ ਨੇ ਵੀ ਉਹਨਾਂ ਤੋਂ ਰਿਟਰੀਵ ਕੀਤਾ ਆਈਡੀਆ। ਸਾਡੇ ਦੇਸ਼ ਵਿੱਚ ਵੀ 5 ਈਅਰ ਪਲੈਨ ਜਿਹੜੇ ਰੱਖੇ ਜਾਂਦੇ ਆ, ਜਿਵੇਂ ਮੋਦੀ ਦੇ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਦੇ ਸਵੱਛ ਭਾਰਤ ਅਭਿਆਨ ਜਿਹੜਾ ਹੈਗਾ 5 ਈਅਰ ਪਲੈਨ ਚਲਾਇਆ ਗਿਆ ਸੀ ਕਿ ਦੇਸ਼ ਵਿੱਚੋਂ ਸਾਰੀ ਗੰਦਗੀ ਹਟਾਉਣ ਲਈ ਸਵੱਛ ਭਾਰਤ ਅਭਿਆਨ ਚਲਾਇਆ ਗਿਆ ਸੀ। ਦ ਗਵਰਨਮੈਂਟ ਫਿਕਸ ਆਲ ਪ੍ਰਾਈਜ਼ਸ ਟੂ ਪ੍ਰਮੋਟ ਇੰਡਸਟਰੀਅਲ ਗਰੋਥ ਡਿਊਰਿੰਗ ਦ ਫਸਟ 2 ਪਲੈਨਸ। ਤਾਂ ਪਹਿਲੇ 2 ਪਲੈਨ ਦੇ ਵਿੱਚ ਗਵਰਨਮੈਂਟ ਨੇ ਜਿਹੜੇ ਪ੍ਰਾਈਜ਼ ਫਿਕਸ ਕਰਤੇ ਸੀ ਚੀਜ਼ਾਂ ਦੇ, ਤਾਂ ਕਿ ਇੰਡਸਟਰੀਅਲ ਗਰੋਥ ਵਿੱਚ ਵਾਧਾ ਹੋਵੇ, ਇੰਡਸਟਰੀ ਵਧੇ, ਜ਼ਿਆਦਾ ਮੈਨੂਫੈਕਚਰਿੰਗ ਹੋਵੇ, ਦੇਸ਼ ਜ਼ਿਆਦਾ ਚੀਜ਼ਾਂ ਨੂੰ ਬਣਾਵੇ, ਇੰਪੋਰਟ ਐਕਸਪੋਰਟ ਕਰੇ ਔਰ ਪੈਸਾ ਆਵੇ।
ਤਾਂ ਇਸ ਲਈ 1927, 1932 ਐਂਡ 1933 ਐਂਡ 1938 ਇਹ ਦੋ ਪਲਾਨਸ ਬਾਰੇ ਦੱਸਿਆ ਗਿਆ ਹੈਗਾ ਕਿ 5-5 ਸਾਲ ਦੇ ਪਲਾਨ ਦੇ ਵਿੱਚ ਇੰਡਸਟਰੀ ਨੂੰ ਗਰੋਥ ਵੱਲ ਲੈ ਕੇ ਲਿਆਂਦਾ ਗਿਆ। ਸੈਂਟਰਲਾਈਜ਼ ਪਲੈਨਿੰਗ ਲੀਡ ਟੂ ਇਕਨੋਮਿਕ ਗਰੋਥ, ਇਹਦੇ ਨਾਲ ਦੇਸ਼ ਵਿੱਚ ਇਕਨੋਮਿਕ ਗਰੋਥ ਹੋਈ। ਇੰਡਸਟਰੀਅਲ ਪ੍ਰੋਡਕਸ਼ਨ increased between 1929 and 1933 by 100% in the case of oil, coal and steel। ਹੁਣ ਹੁੰਦਾ ਕੀ ਆ ਕਿ ਇੰਡਸਟਰੀਅਲ ਪ੍ਰੋਡਕਸ਼ਨ 'ਚ ਇੰਨਾ ਵਾਧਾ ਹੁੰਦਾ ਕਿ 100% ਜਿਹੜਾ ਹੈਗੀ ਗਰੋਥ ਹੁੰਦੀ ਆ ਓਇਲ ਦੇ ਮਾਮਲੇ ਵਿੱਚ, ਕੋਲ ਦੇ ਮਾਮਲੇ ਵਿੱਚ ਐਂਡ ਸਟੀਲ ਦੇ ਮਾਮਲੇ। ਨਿਊ ਫੈਕਟਰੀ ਸਿਟੀਜ਼ ਕੇਮ ਇਨ ਟੂ ਬੀਇੰਗ, ਨਵੀਆਂ ਫੈਕਟਰੀਆਂ ਨੂੰ ਰਸ਼ੀਆ ਦੇ ਵਿੱਚ ਲਾਇਆ ਗਿਆ। ਹਾਊਐਵਰ ਰੈਪਿਡ ਕੰਸਟਰਕਸ਼ਨ ਲੀਡ ਟੂ ਪੂਅਰ ਵਰਕਿੰਗ ਕੰਡੀਸ਼ਨ। ਹੁਣ ਜਦੋਂ ਇੰਨੀ ਜ਼ਿਆਦਾ ਕੰਸਟਰਕਸ਼ਨ ਹੋ ਰਹੀ ਸੀਗੀ ਪਰ ਜਿਹੜੀਆਂ ਵਰਕਿੰਗ ਕੰਡੀਸ਼ਨ ਸੀ ਉਹ ਬਹੁਤ ਖਰਾਬ ਸੀਗੀਆਂ, ਪੂਅਰ ਸੀਗੀਆਂ। ਇਨ ਦਾ ਸਿਟੀ ਮੈਗਨੀਟੋਗੌਕਸ ਦਾ ਕੰਸਟਰਕਸ਼ਨ ਆਫ ਸਟੀਲ ਪਲਾਂਟ ਵਾਜ਼ ਅਚੀਵਡ ਇਨ 3 years। ਤਾਂ ਸਟੀਲ ਪਲਾਂਟ ਦਾ ਜਿਹੜਾ ਹੈਗਾ ਕੰਸਟਰਕਸ਼ਨ ਸਿਸਟਮ ਲਗਾਇਆ ਗਿਆ 3 ਸਾਲਾਂ ਦੇ ਵਿੱਚ। ਵਰਕਰ ਲਿਵਡ ਇਨ ਹਾਰਡ ਲਿਵਸ, ਬਹੁਤ ਸਖਤੀ ਵਾਲੀ ਜਗ੍ਹਾ ਦੇ ਉੱਪਰ ਰਹਿੰਦੇ ਸੀਗੇ ਜਿਹੜੇ ਲੋਕ ਆ, ਬਹੁਤ ਖਰਾਬ ਹਾਲਾਤ ਦੇ ਵਿੱਚ। ਐਂਡ ਰਿਜ਼ਲਟ ਵਾਜ਼ 550 ਸਟਾਪੇਜ ਆਫ ਵਰਕਰ ਇਨ ਦਾ ਫਸਟ ਈਅਰ ਅਲੋਨ। ਅਤੇ ਪਹਿਲੇ ਸਾਲ ਦੇ ਵਿੱਚ ਹੀ 550 ਸਟਾਪੇਜ ਬਣ ਗਏ ਸੀ ਜਿੱਥੇ ਵਰਕਰ ਇਕੱਠੇ ਹੋ ਕੇ ਕੰਬਾਈਨ ਰੂਪ 'ਚ ਰਹਿੰਦੇ ਸੀਗੇ। ਇਨ ਲਿਵਿੰਗ ਕੁਆਟਰ ਇਨ ਦਾ ਵਿੰਟਰ ਟਾਈਮ at 40 degree below, people had to climb down from the 4th floor and dash across the street in order to go to toilet। ਉਦੋਂ ਇੰਨੀ ਜ਼ਿਆਦਾ ਡਿਵੈਲਪਮੈਂਟ ਨਹੀਂ ਹੋਈ ਸੀਗੀ ਹਾਊਸ ਦੇ ਵਿੱਚ ਹੀ ਉੱਪਰਲੀ ਫਲੋਰ ਦੇ ਉੱਪਰ ਹੀ ਜਿਹੜੀਆਂ ਟੋਇਲਟਸ ਬਣ ਸਕਣ, ਇਸ ਕਰਕੇ ਇੰਨੀ ਜ਼ਿਆਦਾ ਹਾਰਸ਼ ਕੰਡੀਸ਼ਨ ਸੀਗੀ ਕਿ ਜਿਹੜੇ ਲੋਕ ਕੁਆਟਰਸ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੂੰ ਟੋਇਲਟ ਜਾਣ ਲਈ 40 ਡਿਗਰੀ ਮਾਈਨਸ ਟੈਂਪਰੇਚਰ ਦੇ ਵਿੱਚ ਪਹਿਲਾਂ ਜ਼ਮੀਨ 'ਤੇ ਆਉਣਾ ਪੈਂਦਾ ਸੀ ਗਰਾਊਂਡ ਫਲੋਰ 'ਤੇ, ਫਿਰ ਸਟਰੀਟ ਪਾਰ ਕਰਕੇ ਟੋਇਲਟ ਜਾਣਾ ਪੈਂਦਾ ਸੀ। ਤਾਂ ਇੰਨੀ ਜ਼ਿਆਦਾ ਮਾੜੀ ਹਾਲਤ ਜਿਹੜੀ ਹੈਗੀ ਆ ਵਰਕਰ ਦੀ ਸੀ। ਐਨ ਐਕਸਟੈਂਡਡ ਸਕੂਲਿੰਗ ਸਿਸਟਮ ਡਿਵੈਲਪਡ ਐਂਡ ਅਰੇਂਜਡ ਵਰ ਮੇਡ ਫਾਰ ਫੈਕਟਰੀ ਵਰਕਰ ਐਂਡ ਪੀਜ਼ਨ ਟੂ ਐਂਟਰ ਯੂਨੀਵਰਸਿਟੀਜ਼। ਹੁਣ ਸਕੂਲਿੰਗ ਸਿਸਟਮ ਨੂੰ ਡਿਵੈਲਪ ਕਰਤਾ ਗਿਆ ਸੀਗਾ, ਉਹਨਾਂ ਨੇ ਅਰੇਂਜਮੈਂਟ ਇਸ ਹਿਸਾਬ ਨਾਲ ਕੀਤਾ ਸੀਗਾ ਕਿ ਫੈਕਟਰੀ ਵਰਕਰ ਅਤੇ ਕਿਸਾਨ ਵੀ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਲੈ ਸਕਣ, ਫਸਲ ਨੂੰ ਵਧੀਆ ਉਗਾਉਣ ਲਈ, ਜ਼ਿਆਦਾ ਜਿਹੜੀ ਹੈਗੀ ਆ ਪੈਦਾਵਾਰ ਪ੍ਰਾਪਤ ਕਰਨ ਲਈ। ਕ੍ਰਿਚਸ ਵਰ ਸਟੈਬਲਿਸ਼ ਇਨ ਫੈਕਟਰੀ ਫਾਰ ਦ ਚਿਲਡਰਨ ਫਾਰ ਵੂਮਨ ਵਰਕਰ। ਹੁਣ ਵੂਮਨ ਵਰਕਰ ਲਈ ਇੱਕ ਫੈਸਿਲਿਟੀ ਦੇ ਦਿੱਤੀ ਸੀਗੀ ਕਿ ਉੱਥੇ ਕ੍ਰਿਚਸ ਬਣਾਤੀਆਂ ਸੀਗੀਆਂ ਜਿਹਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਛੱਡ ਸਕਦੀਆਂ ਸੀ। ਚੀਪ ਪਬਲਿਕ ਹੈਲਥ ਕੇਅਰ ਵਾਜ਼ ਪ੍ਰੋਵਾਈਡਡ, ਬਹੁਤ ਹੀ ਸਸਤੇ ਰੂਪ 'ਚ ਹੈਲਥ ਕੇਅਰ ਪ੍ਰੋਵਾਈਡ ਕਰਵਾਇਆ ਗਿਆ ਲੋਕਾਂ ਨੂੰ। ਮਾਡਲ ਲਿਵਿੰਗ ਕੁਆਟਰ ਵਰ ਸੈਟਅਪ ਫਾਰ ਵਰਕਰ। ਉਸ ਤੋਂ ਬਾਅਦ ਫਿਰ ਮਾਡਲ ਲਿਵਿੰਗ ਨਵੇਂ ਤਰੀਕੇ ਦੇ ਜਿਹੜੇ ਕੁਆਟਰ ਬਣਾਏ ਗਏ ਵਰਕਰ ਵਾਸਤੇ। ਦਾ ਇਫੈਕਟ ਆਫ ਆਲ ਦਿਸ ਵਾਜ਼ ਅਨਈਵਨ ਦੋ ਸਿੰਸ ਗੌਰਮੈਂਟ ਰਿਸੋਰਸ ਵਰ ਲਿਮਟਡ। ਚਾਹੇ ਗੌਰਮੈਂਟ ਦੇ ਰਿਸੋਰਸ ਲਿਮਿਟ ਸੀਗੇ ਪਰ ਜਿਹੜੇ ਇਫੈਕਟ ਸੀਗੇ ਉਹ ਅਨਈਵਨ ਸੀਗੇ, ਇਹ ਦੇਖੇ ਜਾ ਸਕਦੇ ਆ। ਕੁਝ ਪਿਕਚਰਸ ਹੈਗੀਆਂ ਤੁਸੀਂ ਦੇਖ ਸਕਦੇ ਹੋ। ਲੋਕਾਂ ਲਈ ਨਵੇਂ ਡਿਵੈਲਪ ਕੀਤੇ ਕੁਆਟਰਸ ਦੀ ਦਿੱਤੀ ਆ। ਚਿਲਡਰਨ ਐਟ ਸਕੂਲ ਇਨ ਸੋਵੀਅਤ ਰਸ਼ੀਆ in the 1930, a child in Magnitogorsk during the first 5-year plan। ਚਾਈਲਡ ਦਿਖਾਏ ਗਏ ਆ। ਆ ਫੈਕਟਰੀਆਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਕੰਮ ਕਰ ਰਹੇ ਨੇ। ਫੈਕਟਰੀ ਡਾਈਨਿੰਗ ਹਾਲ ਇਨ ਦਾ 1930। ਡਾਈਨਿੰਗ ਹਾਲ ਜਿਹੜਾ ਫੈਕਟਰੀ ਦਾ ਜਿਹਦੇ ਵਿੱਚ ਲੋਕ ਬੈਠ ਕੇ ਆਪਣਾ ਡਿਨਰ ਜਾਂ ਲੰਚ ਜਾਂ ਬ੍ਰੇਕਫਾਸਟ ਕੰਪਲੀਟ ਕਰਦੇ ਸੀਗੇ। ਅੱਜ ਲਈ ਸਟੂਡੈਂਟ ਇੰਨਾ ਹੀ। ਕੀਪ ਵਾਚਿੰਗ EH ਮੋਗਾ। ਥੈਂਕ ਯੂ ਵੈਰੀ ਮੱਚ, ਬੈਸਟ ਆਫ ਲੱਕ। ਸਾਰੇ ਵਰਡ ਮੀਨਿੰਗ ਤੁਸੀਂ ਫਾਈਂਡ ਕਰਕੇ ਆਪਣੀ ਨੋਟਬੁੱਕ ਉੱਪਰ ਰਾਈਟ ਕਰਨੇ ਆ। ਵੈਨ ਯੂ ਵਿਲ ਜੁਆਇਨ ਦਾ ਸਕੂਲ ਰੈਗੂਲਰ, then I will check all notes book of the students and no work should be pending, so time to time you should complete your notes book. Thank you very much. Keep watching EH Moga. Best of luck.